ਵੱਡੇ ਵੱਡੇ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਲਾਉਂਦੇ ਸੀਗੇ, ਨਰਿੰਦਰ ਮੋਦੀ ਵੀ ਪੈਰੀ ਹੱਥ ਲਾਉਂਦੇ ਸੀ, ਅਮਿਤ ਸ਼ਾਹ ਵੀ ਲਗਾਉਂਦੇ ਸੀਗੇ, ਪਰ ਕੀ ਇੰਨੀ ਕੁ ਗੱਲ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੁਣੀ ਨਹੀਂ ਗਈ ਉੱਥੇ ਵੀ ਖੇਤੀਬਾੜੀ ਇਹਨਾਂ 'ਚ ਸੋਧ ਕੀਤਾ ਜਾਵੇ? ਇਹ ਉਹਨਾਂ ਜਿਹੜੀ ਪੈਰੀ ਤੇ ਗੋਡੀਆਂ ਹੱਥ ਲਾਉਂਦੇ ਸੀ ਬਾਦਲ ਸਾਹਿਬ ਦੇ, ਜਦ ਤੱਕ ਇਹਨਾਂ ਸਿੰਘਾਂ ਨੂੰ ਹੱਥ ਨਹੀਂ ਪਿਆ ਜੀ। ਹੁਣ ਇਹ ਸਿੰਘਾਂ ਨੂੰ ਹੱਥ ਪੈ ਗਿਆ। ਇਹ ਡੈਮੋਕ੍ਰੇਸੀ ਆ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ 5 ਸਾਲ ਵਾਸਤੇ ਹੁੰਦੀ ਆ। ਜਿੱਦਾਂ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀਗਾ ਕਿ ਕੈਪਟਨ ਦੇ 2017 'ਚ ਤੇ ਜਿਹੜਾ 2019 ਦਾ MP ਦੇ ਇਲੈਕਸ਼ਨਾਂ ਦਾ ਜਿਹੜਾ ਸੀਗਾ ਮੈਨੀਫੈਸਟੋ ਦੇ ਵਿੱਚ ਤੁਹਾਡੇ ਇਹਨਾਂ ਦੇ ਸੀਗਾ, ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ, ਪਰ ਕਹਿੰਦੇ ਕੋਈ ਹੈ ਹੀ ਨਹੀਂ ਸੀਗਾ ਸਾਡੇ, ਵੀ ਤੁਸੀਂ ਗੁੰਮਰਾਹ ਕਰ ਰਹੇ ਹੋ ਲੋਕਾਂ ਨੂੰ। ਇਹੋ ਕਾਂਗਰਸ ਸਾਹਿਬ ਜਿਹਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ, ਇਹੋ ਕਾਂਗਰਸ ਸਾਹਿਬ ਜਿਹਨੇ ਸਾਡੇ 84 ਦੇ ਵਿੱਚ ਸਾਰੇ ਹਿੰਦੁਸਤਾਨ ਦੇ ਸਾਡੇ ਗਲਾਂ ਟਾਇਰ ਪਾ ਕੇ ਸਾਨੂੰ ਸਾੜਿਆ, ਸਾਨੂੰ ਖਤਮ ਕੀਤਾ, ਯਤਨ ਕੀਤਾ ਖਤਮ ਕਰਨ ਦਾ। ਤੇ ਉਹਨੇ ਇਹਨਾਂ ਦੇ ਕੀ ਯਕੀਨ ਕਰੂਗਾ ਕੋਈ? ਝੂਠ ਬੋਲਣ ਦੀ ਇਹਨਾਂ ਨੂੰ ਠੀਕ ਆ, ਟ੍ਰੇਨਿੰਗ ਲਈ ਉਹ ਝੂਠ ਬੋਲੀ ਜਾਂਦੇ ਨੇ। ਇਹਨਾਂ ਕੋਲ ਤੂੰ ਰਜਾਨ ਦੇ ਕੇ ਵਿਖਾ ਮੁੱਖ ਮੰਤਰੀ ਦੇ ਤੋਂ ਦੇ ਰਜਾਨ, ਤੈਨੂੰ ਪਤਾ ਲੱਗ ਜੂਗਾ। ਤੁਸੀਂ ਉਹਨਾਂ ਕਹਿੰਦੇ ਡਰਾਮਾ, ਤੂੰ ਡਰਾਮਾ ਕਰਕੇ ਵੇਖ ਲਾ। ਵਿਰੋਧੀ ਤਾਂ ਕਹਿੰਦੇ ਨੇ, ਪਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਾਂ ਬਸ ਇਹ ਪੁੱਛਿਆ ਸੀਗਾ ਰਵੀ ਸ਼ੰਕਰ ਪ੍ਰਸਾਦ ਨੂੰ ਕਿ ਇਹ ਲਾਗੂ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ, ਤਾਂ ਉੱਥੋਂ ਜਵਾਬ ਮਿਲ ਗਿਆ ਸੀਗਾ ਬਿਲਕੁਲ ਲਾਗੂ ਹੋ ਸਕਦਾ, ਕਨਸਟੀਟਿਊਸ਼ਨਲ ਹੈਗਾ। ਤੇ ਤੁਸੀਂ ਕਹਿੰਦੇ ਹੋ ਕਿ ਵਕੀਲ ਬਣ ਕੇ ਵਿਰੋਧ ਕੀਤਾ। ਮਨਪ੍ਰੀਤ ਬਾਦਲ ਔਰ ਮਹਾਰਾਜਾ ਪਟਿਆਲਾ ਇਹ ਬਿੱਲ ਤਾਂ ਆਪ ਨੂੰ ਆ ਕੇ ਲਿਆਏ ਆ, ਆਰਡੀਨੈਂਸ ਤਾਂ ਇਹਨਾਂ ਨੇ ਉੱਤੇ ਵਧੀਆ ਦਸਤਖਤ ਕੀਤੇ ਨੇ। ਇਹ ਕਿਵੇਂ ਕਿਹੜੇ ਮੂੰਹ ਨਾਲ ਗੱਲ ਕਰਨਗੇ? ਕਿਉਂ ਫਿਰ ਅਕਾਲੀ ਦਲ ਲੋਕਾਂ ਦੇ ਦਿਲਾਂ ਦੇ ਵਿੱਚ ਵਿਸ਼ਵਾਸ ਕਿਉਂ ਨਹੀਂ ਬਣਾ ਪਾ ਰਿਹਾ? ਜੇ ਅੱਜ ਦੇ ਸਮੇਂ ਦੀ ਗੱਲ ਕਰੀਏ, ਗ੍ਰਾਫ ਕਾਫੀ ਡਾਊਨ ਜਾ ਰਿਹਾ ਅਕਾਲੀ ਦਲ ਦਾ। ਕੋਈ ਗ੍ਰਾਫ ਡਾਊਨ ਨਹੀਂ, ਸ਼੍ਰੋਮਣੀ ਅਕਾਲੀ ਦਾ ਪਤਾ ਲੱਗ ਜੂ ਇਲੈਕਸ਼ਨਾਂ ਦੇ ਵਿੱਚ ਸਰਕਾਰ ਬਣਾਵਾਂਗੇ। ਹੁਣ ਚੱਲੇ ਅਸੀਂ ਆਪਣੇ ਉੱਥੇ ਚੰਡੀਗੜ੍ਹ ਗਵਰਨਰ ਨੂੰ ਘੇਰਨ ਵਾਸਤੇ ਜੀ। ਵੇਖਿਆ ਇਕੱਠ ਕਿੰਨਾ ਹੁੰਦਾ। ਅਸੀਂ ਕੋਈ ਇਹਨਾਂ ਕੋਲ ਇਹ ਤਾਂ 4 ਬੰਦੇ ਨਹੀਂ ਇਕੱਠੇ ਹੁੰਦੇ, ਇਹਨੂੰ ਕਰਕੇ ਵਿਖਾ ਦੇਣ। ਨਹੀਂ, ਅਕਾਲੀ ਦਲ ਦੇ ਮੁਤਾਬਕ ਇਹ ਬਿੱਲ ਕਿਸਾਨ ਵਿਰੋਧੀ ਹੈ ਜਾਂ ਨਹੀਂ? ਬਿਲਕੁਲ ਹੈ, ਕਿਸਾਨ ਵਿਰੋਧੀ ਆ। ਇਹ ਤਾਂ ਪੰਜਾਬ ਨੂੰ ਮਾਰਨ ਵਾਲਾ, ਕੱਲਾ ਕਿਸਾਨ ਨੂੰ ਨਹੀਂ। ਕਿਸਾਨ ਦੇ ਨਾਲ ਰਿਲੇਟਡ 18,000 ਇੰਡਸਟਰੀ ਆ, ਦਾਤੀ ਬਣਾਉਣ ਵਾਲੇ ਤੋਂ ਲੈ ਕੇ ਕੰਬਾਈਨ ਬਣਾਉਣ ਵਾਲੇ ਤੋਂ, ਉਹ ਖਤਮ ਹੋ ਜਾਣੀ ਆ। ਇੱਥੇ ਜਿਹੜੇ ਮਜ਼ਦੂਰ ਨੇ ਵਿਚਾਰੇ ਖੇਤਾਂ 'ਚ ਕੰਮ ਕਰਦੇ, ਉਹ ਖਤਮ ਹੋ ਜਾਣੇ ਆ, ਸਿਸਟਮ ਖਤਮ ਹੋ ਜਾਣਾ। ਇੱਥੇ ਵੱਡੀਆਂ ਵੱਡੀਆਂ ਕੰਪਨੀਆਂ ਨੇ ਆ ਜਾਣਾ, ਤਬਾਹੀ ਲਿਆ ਦੇਣੀ ਆ, ਬਾਹਰੋਂ ਉਹਨਾਂ ਨੇ ਆਪਦੀ ਲੇਬਰ ਲਿਆਉਣੀ, ਆਪੇ ਕੰਮ ਕਰਕੇ ਲੈ ਜਾਣਾ ਉਹਨਾਂ ਨੇ। ਜਿਸ ਤਰ੍ਹਾਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ, ਵੱਡੇ ਬਾਦਲ ਸਾਹਿਬ, ਕਿ ਜਦ ਤੱਕ ਮੈਂ ਜਿਉਂਦਾ ਇਹ 9 ਮਾਸ ਦਾ ਰਿਸ਼ਤਾ ਜਿਹੜਾ ਇਹ ਟੁੱਟ ਨਹੀਂ ਸਕਦਾ। ਪਰ ਤੁਹਾਨੂੰ ਨਹੀਂ ਲੱਗਦਾ ਇੱਕ ਵਾਰੀ ਜ਼ਰੂਰ ਨਰਿੰਦਰ ਮੋਦੀ ਨੂੰ ਜਾਂ ਅਮਿਤ ਸ਼ਾਹ ਨੂੰ ਗੱਲ ਕਰਨੀ ਚਾਹੀਦੀ ਸੀ ਇੱਕ ਵਾਰੀ? ਇਹ ਉਦੋਂ ਸੀ ਨਾ ਜਦ ਤੱਕ ਅਟਲ ਬਿਹਾਰੀ ਵਾਜਪਾਈ ਜਿਉਂਦਾ ਸੀਗਾ ਜੀ, ਤਾਂ ਹੀ ਕਹਿੰਦੇ ਸੀ ਨਾ, ਜਦੋਂ ਸਮਝੌਤਾ ਕਰਨ ਵਾਲੀ ਮਰ ਗਿਆ ਵਿਚਾਰਾ। ਇਹ ਤਾਂ ਗਾਂ ਪੱਕੀ ਪਕਾਈ ਖਾਣ ਵਾਲੇ ਆ। ਤੁਹਾਨੂੰ ਵੈਸੇ ਇਹ ਨਹੀਂ ਲੱਗਦਾ ਕਿ ਇੱਕ ਝੰਡੇ ਥੱਲੇ ਆਉਣਾ ਚਾਹੀਦਾ ਇਸ, ਕਿਉਂਕਿ ਕਿਸਾਨ ਤਾਂ ਸਾਰਿਆਂ ਦੇ ਹੀ ਨੇ, ਸਾਰੇ ਪੂਰੇ ਪੰਜਾਬ ਨੂੰ ਰੋਟੀ ਖਵਾਉਂਦੇ ਨੇ। ਝੰਡਾ ਕਿਹਨੂੰ ਕਹਿੰਦੇ ਆਪਾਂ? ਜੋ ਧਰਨਿਆਂ ਦੇ ਬੈਠੇ ਨੇ, ਸਾਰੇ ਬੈਠੇ ਨੇ, ਕਿਸੇ ਨੇ ਰੇਲ ਰੋਕ ਲਈ, ਕਿਸੇ ਨੇ ਸੜਕ ਰੋਕ ਲਈ, ਇਹ ਝੰਡਾ ਇੱਕੋ ਇਹੋ ਜਿਹੀ ਗੱਲ ਹੁੰਦੀ ਆ। ਇਹ ਤਾਂ ਨਹੀਂ ਵੀ ਇੱਕ ਝੰਡੇ ਦੇ ਥੱਲੇ ਜਾ ਕੇ ਬਹਿ ਜੀ। ਪਰ ਆਪਾਂ ਇਹ ਗੱਲ ਕਰੀਏ ਤਾਂ ਹੁਣ ਅਕਾਲੀ ਦਲ ਨੂੰ BJP ਦੇ ਨਾਲ ਗੱਠਜੋੜ ਤੋੜਨ ਤੋਂ ਬਾਅਦ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ? ਫਾਇਦਾ ਹੋਊਗਾ। ਉਹ ਕਿਸ ਤਰ੍ਹਾਂ ਫਾਇਦਾ? ਅਸੀਂ ਤਾਂ ਪਿਛਲੀ ਵਾਰ ਵੀ ਲੜੇ ਨਹੀਂ 1985 'ਚ। 78-79 ਸੀਟਾਂ ਲੈ ਕੇ ਆਏ ਸੀ, ਜਿੱਥੇ ਕੱਲਿਆਂ ਨੇ ਸਰਕਾਰ ਬਣਾਈ ਸੀ। ਉਦੋਂ BJP ਵੇਖ ਲਿਆ ਤਮਾਸ਼ਾ, ਬਾਹਰ ਰਹਿ ਗਏ। ਖੇਤੀਬਾੜੀ ਬਿੱਲਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਭਾਰੀ ਵਿਰੋਧ ਦੇ ਬਾਵਜੂਦ ਵੀ ਲੋਕ ਸਭਾ, ਰਾਜ ਸਭਾ ਦੇ ਵਿੱਚ ਦੋਨੋਂ ਹਾਊਸਾਂ ਦੇ ਵਿੱਚੋਂ ਬਿੱਲ ਪਾਸ ਹੋ ਗਏ ਅਤੇ ਹੁਣ ਰਾਸ਼ਟਰਪਤੀ ਨੇ ਵੀ ਸਾਈਨ ਕਰ ਦਿੱਤੇ ਨੇ ਅਤੇ ਇਹ ਕਾਨੂੰਨ ਬਣ ਚੁੱਕਿਆ। ਕਾਫੀ ਭਾਰੀ ਵਿਰੋਧ ਜਿਹੜਾ ਸਾਹਮਣਾ ਕਰਨਾ ਪਿਆ ਕੇਂਦਰ ਸਰਕਾਰ ਨੂੰ, ਪਰ ਉਸ ਦੇ ਬਾਵਜੂਦ ਵੀ ਇਹ ਖੇਤੀ ਬਿੱਲ ਕਾਨੂੰਨ ਬਣ ਗਏ ਨੇ। BJP ਦੀ ਭਾਈਵਾਲ ਪਾਰਟੀ, ਅਕਾਲੀ ਦਲ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਦੂਜੇ ਦਾ ਸਾਥ ਦੇ ਰਹੀਆਂ ਸੀ, ਗੱਠਜੋੜ ਸੀਗਾ, ਉਹ ਵੀ ਹੁਣ ਟੁੱਟ ਚੁੱਕਿਆ। ਪਹਿਲਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਦੇ ਵਿੱਚੋਂ ਅਸਤੀਫਾ ਦਿੱਤਾ ਤੇ ਹੁਣ ਗੱਠਜੋੜ ਵੀ ਟੁੱਟ ਚੁੱਕਿਆ। ਸਾਡੇ ਨਾਲ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ, ਸਾਬਕਾ ਮੰਤਰੀ ਅਤੇ ਕੋਰ ਕਮੇਟੀ ਦੇ ਮੈਂਬਰ ਹੀਰਾ ਸਿੰਘ ਗਾਬੜੀਆ ਜੀ ਮੌਜੂਦ ਨੇ। ਗਾਬੜੀਆ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ। ਗਾਬੜੀਆ ਸਾਹਿਬ, 9 ਮਾਸ ਦਾ ਰਿਸ਼ਤਾ ਆਖਿਰ ਟੁੱਟ ਹੀ ਗਿਆ। ਦੇਖੋ ਜੀ, ਇਹਦੇ ਬਾਰੇ ਤਾਂ ਤੋੜਨ ਵਾਲਿਆਂ ਨੂੰ ਪੁੱਛਣਾ ਚਾਹੀਦਾ। ਅਸੀਂ ਤਾਂ ਪੂਰੀ ਨਿਭਾਈ ਜੀ। ਅਸੀਂ ਤਾਂ ਉਸ ਵੇਲੇ ਜਦੋਂ BJP ਨੂੰ ਵਿਚਾਰੀ ਨੂੰ ਕੋਈ ਪੁੱਛਦਾ ਨਹੀਂ ਸੀਗਾ, ਅਸੀਂ ਬਿਨਾਂ ਸ਼ਰਤ ਸਪੋਰਟ ਦਿੰਦੇ ਰਹੇ ਜੀ। 2 ਮੈਂਬਰ ਪਾਰਲੀਮੈਂਟ ਹੁੰਦੇ ਸੀ ਇਹਦੇ, 2 ਮੈਂਬਰ ਸਰ BJP ਦੇ।
ਉਸ ਵੇਲੇ ਤੋਂ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਹਿੰਦੁਸਤਾਨ ਦੀਆਂ ਰੀਜਨਲ ਪਾਰਟੀਆਂ ਨੂੰ ਇਕੱਠਿਆਂ ਕਰਕੇ ਤੇ ਬੀਜੇਪੀ ਦੀ ਹੋਂਦ ਬਚਾਈ। ਉਸ ਵੇਲੇ ਪਹਿਲਾਂ ਜਨਸੰਘ ਸੀਗਾ ਜੀ, ਤੇ ਅਸੀਂ ਪੰਜਾਬ ਦੇ ਵਿੱਚੋਂ ਸਾਨੂੰ ਪਤਾ ਸੀ ਡਾਕਟਰ ਬਲਦੇਵ ਪ੍ਰਕਾਸ਼ ਨੂੰ ਮੈਂਬਰ ਪਾਰਲੀਮੈਂਟ ਕਿਵੇਂ ਬਣਾਇਆ ਸੀ, ਉਹਦਾ ਨਾਮ ਐਮਐਲਏ ਕਿਵੇਂ ਬਣਾਇਆ ਸੀ ਉਥੋਂ ਅੰਮ੍ਰਿਤਸਰ ਤੋਂ। ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਦੋਂ ਬੀਜੇਪੀ ਵਾਜਪਾਈ ਨਾਲ ਸਹੀ ਮਾਇਨੇ 'ਚ ਜਿਹੜੀ ਬੀਜੇਪੀ ਆ, ਸਹੀ ਮਾਇਨੇ ਜੇ ਬੀਜੇਪੀ ਨੂੰ ਸਮਝਿਆ ਜਾਵੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਟਲ ਬਿਹਾਰੀ ਵਾਜਪਾਈ ਦੀ ਬਣਾਈ ਹੋਈ ਬੀਜੇਪੀ ਆ ਜੀ। ਹੁਣ ਬੀਜੇਪੀ ਨਹੀਂ ਕਿਹਾ ਜਾ ਸਕਦਾ, ਹੁਣ ਤਾਂ ਦੋ ਬੰਦਿਆਂ ਦੀ ਪਾਰਟੀ ਆ, ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜੀ। ਬਾਕੀ ਕਿਸੇ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ। ਇਹ ਦੋ ਬੰਦਿਆਂ ਦਾ ਡਿਸੀਜਨ ਹੁੰਦਾ ਆ। ਲੋਕ ਪਹਿਲਾਂ ਇਹਨਾਂ ਵਪਾਰੀ ਮਾਰੇ, ਇੰਡਸਟਰੀਲਿਸਟ ਮਾਰਤੇ, ਵਪਾਰੀ ਮਾਰਤੇ, ਪਹਿਲਾਂ ਨੋਟਬੰਦੀ ਕਰਕੇ ਇਹਨਾਂ ਨੂੰ ਫਾਇਦਾ ਹੋਇਆ ਬੀਜੇਪੀ ਨੂੰ, ਕਦੀ ਨੂੰ ਬੀਜੇਪੀ ਦੇ ਵਰਕਰ ਨੂੰ ਕੋਈ ਫਾਇਦਾ ਨਹੀਂ ਹੋਇਆ, ਵਪਾਰੀ ਨੂੰ ਕੋਈ ਫਾਇਦਾ ਨਹੀਂ ਹੋਇਆ। ਨੋਟਬੰਦੀ ਕਰਕੇ ਮਾਰਤੇ, ਮੁੜ ਕੇ GST ਲਿਆ ਕੇ ਮਾਰਤੇ ਜੀ। ਹੁਣ ਮਸਾਂ ਦੇ ਨੇ ਮਾੜੇ ਮੋਟੇ ਪੈਰਾਂ ਦੇ ਖੜੇ ਹੋਣ ਲੱਗੇ। ਪੰਜਾਬ ਤਾਂ ਚੱਲਦਾ ਹੀ ਐਗਰੀਕਲਚਰ ਤੇ ਆ। ਪੰਜਾਬ ਦੇ ਜਿਹੜੇ ਇਨਕਮ ਸੋਰਸਸ ਨੇ ਉਹ ਸਾਰੇ ਐਗਰੀਕਲਚਰ ਰਿਲੇਟਡ ਨੇ। ਤੇ ਹੁਣ ਇਹਨਾਂ ਨੇ ਰਹਿੰਦ ਖੂੰਦ ਜਿਹੜੀ ਵਪਾਰੀ ਦਾ ਪਹਿਲੋਂ ਮਾਰ ਲਏ ਸੀਗੇ, ਹੁਣ ਇਹਨਾਂ ਨੇ ਵਪਾਰੀਆਂ ਦੇ ਨਾਲ ਨਾਲ ਕਿਸਾਨਾਂ ਨੂੰ ਮਾਰ ਲਿਆ ਜੀ। ਜਿਹੜੇ ਇਨਕਮ ਸੋਰਸਸ ਸੀਗੇ ਸਾਰੇ ਬੰਦ ਕਰਤੇ ਜੀ। ਤਾਂ ਮੈਂ ਤਾਂ ਇਹਨਾਂ ਬੀਜੇਪੀ ਨਹੀਂ ਕਹਿ ਸਕਦਾ, ਇਹ ਤਾਂ ਜਿਵੇਂ ਹਿਟਲਰ ਨੇ ਫੈਸਲੇ ਲੈਂਦਾ ਸੀਗਾ, ਇਵੇਂ ਮੈਂ ਤਾਂ ਸਮਝਦਾ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਵੱਸ ਹੋਵੇ ਤੇ ਹਿੰਦੁਸਤਾਨ 'ਚ ਕਿਸੇ ਨੂੰ ਰਹਿਣ ਹੀ ਨਾ ਦੇਣ। ਇਹ ਤਾਂ ਇਹਨਾਂ ਦੇ ਧੱਕੇਸ਼ਾਹੀ ਆ। ਗਾਵੜੀਆ ਸਾਹਿਬ, ਵੱਡੇ ਵੱਡੇ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਲਾਉਂਦੇ ਸੀਗੇ, ਨਰਿੰਦਰ ਮੋਦੀ ਵੀ ਪੈਰੀ ਹੱਥ ਲਾਉਂਦੇ ਸੀ, ਅਮਿਤ ਸ਼ਾਹ ਵੀ ਲਗਾਉਂਦੇ ਸੀਗੇ, ਪਰ ਕੀ ਇੰਨੀ ਕੁ ਗੱਲ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੁਣੀ ਨਹੀਂ ਗਈ ਉੱਥੇ ਵੀ ਖੇਤੀਬਾੜੀ ਇਹਨਾਂ 'ਚ ਸੋਧ ਕੀਤਾ ਜਾਵੇ? ਇਹ ਉਹਨਾਂ ਚਿਰ ਹੀ ਲਾਉਂਦੇ ਨੇ ਪੈਰੀ ਹੱਥ, ਸ਼ੈਤਾਨ ਬੜੇ ਆ। ਜਿੰਨਾ ਚਿਰ ਇਹਨਾਂ ਦੇ ਹੱਥ 'ਚ ਸਿੰਘ ਨਹੀਂ ਆਏ ਜੀ। ਕਿਸੇ ਦਾ ਬਲਦ ਗਵਾ ਗਿਆ ਸੀ ਨਾ, ਉਹ ਸੁੱਖਣਾ ਸੁੱਖਦਾ, ਕਦੀ ਕਿਸੇ ਕੋਲ ਜਾ, ਕਦੀ ਕਿਸੇ ਕੋਲ ਜਾ। ਉਦੋਂ ਉਹ ਸੁੱਖਣਾ ਸੁੱਖਦਾ ਰਿਹਾ, ਕਹਿੰਦਾ ਵੀ ਇੰਨੀਆਂ ਸੁੱਖਣਾ ਇਹਨਾਂ ਦਾ ਬਲਦ ਨਹੀਂ, ਕਹਿੰਦਾ ਸਿੰਘਾਂ ਨੂੰ ਤਾਂ ਹੱਥ ਪੈ ਲੈਣ। ਇਹ ਉਹਨਾਂ ਚਿਰ ਪੈਰੀ ਤੇ ਗੋਡੀਆਂ ਹੱਥ ਲਾਉਂਦੇ ਸੀ ਬਾਦਲ ਸਾਹਿਬ ਦੇ, ਜਦ ਤੱਕ ਇਹਨਾਂ ਸਿੰਘਾਂ ਨੂੰ ਹੱਥ ਨਹੀਂ ਪਿਆ ਜੀ। ਹੁਣ ਇਹ ਸਿੰਘਾਂ ਨੂੰ ਹੱਥ ਪੈ ਗਿਆ। ਇਹ ਡੈਮੋਕ੍ਰੇਸੀ ਆ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ 5 ਸਾਲ ਵਾਸਤੇ ਹੁੰਦੀ ਆ, ਇਹ ਸਦਾ ਲਈ ਨਹੀਂ ਹੁੰਦਾ। ਇਹ 5 ਸਾਲ ਵਾਸਤੇ ਸਾਡੀ ਉਮਰ ਰਾਜਨੀਤਿਕ ਲੋਕਾਂ ਦੀ 5 ਸਾਲ ਹੁੰਦੀ ਹੈ। 5 ਸਾਲ ਬਾਅਦ ਫਿਰ ਜਨਤਾ ਕੋਲ ਜਾਣਾ ਹੁੰਦਾ ਤੇ ਫੈਸਲੇ ਤਾਂ ਉਹ ਹੋਣੇ ਚਾਹੀਦੇ ਆ ਜਿਹੜੇ ਜਨਤਾ ਦੇ ਹੱਕ 'ਚ ਹੋਣ ਜੀ। ਤੇ ਜੇ ਜਨਤਾ ਦੇ ਖਿਲਾਫ ਹੀ ਕਰਦੇ ਨੇ ਆ ਤੇ ਫਿਰ ਉਹ ਕਾਹਦੇ ਫੈਸਲੇ ਆ? ਇੰਨਾ ਸਮਾਂ ਕਿਉਂ ਲੱਗਿਆ ਗਾਵੜੀਆ ਸਾਹਿਬ ਇਹ ਫੈਸਲਾ ਲੈਣ ਲਈ ਕਿ ਗੱਠਜੋੜ ਤੋੜ ਦਿੱਤਾ ਜਾਵੇ? ਕਿਉਂਕਿ ਹਰ ਆਏ ਦਿਨ ਆਪਾਂ ਸੋਸ਼ਲ ਮੀਡੀਆ ਤੇ ਦੇਖੀਏ, ਪੰਜਾਬ ਦਾ ਕੋਈ ਵੀ ਬੀਜੇਪੀ ਦਾ ਨੇਤਾ, ਚਾਹੇ ਉਹ ਛੋਟਾ ਹੋਵੇ ਵੱਡਾ ਹੋਵੇ, ਅਕਾਲੀ ਦਲ ਨੂੰ ਦਬਕੇ ਮਾਰਦਾ ਸੀਗਾ ਕਿ ਤੁਹਾਡੇ ਤੋਂ ਬਿਨਾਂ ਸਾਡਾ ਇੱਥੇ ਕੋਈ ਨਹੀਂ ਹੈ, ਵੀ ਜੇਕਰ ਤੁਸੀਂ ਪੰਜਾਬ 'ਚ ਆਪਣੀ ਹੋਂਦ ਬਚਾਉਣੀ ਹੈ ਤਾਂ ਤੁਹਾਨੂੰ ਬੀਜੇਪੀ ਦੇ ਨਾਲ ਉਹਨਾਂ ਦੀ ਗੱਲ ਸੁਣਨੀ ਪੈਣੀ ਹੈ। ਪਰ ਇੰਨਾ ਸਮਾਂ ਕਿਉਂ ਫਿਰ ਲੱਗ ਗਿਆ ਗੱਠਜੋੜ ਤੋੜਨ ਦਾ ਫੈਸਲਾ ਲੈਣ ਦਾ? ਪਹਿਲੀ ਗੱਲ ਤਾਂ ਜਵਾਬ ਤਾਂ ਮੈਂ ਤੁਹਾਨੂੰ ਇਹ ਦਿੰਦਾ ਵੀ ਹੁਣ ਪਹਿਲਾਂ ਤਾਂ ਦਬਕੇ ਮਾਰਦੇ, ਹੁਣ ਤਰੇਲੀਆਂ ਆਈਆਂ ਹੋਈਆਂ। ਹੁਣ ਉਹਨਾਂ ਪਿੱਛੋਂ ਜਿਹੜੇ ਵੱਡੇ ਵੱਡੇ ਕੱਪੜੇ ਸਵਾਈ ਫਿਰਦੇ ਸੀਗੇ, ਹੁਣ ਅੰਦਰੋਂ ਨਹੀਂ ਨਿਕਲਦੇ ਬੀਜੇਪੀ ਵਾਲੇ। ਨਿਕਲ ਸਕੇ ਪਿੰਡ ਜਾਣ, ਕਿਸੇ ਜਾ ਕੇ ਮੀਟਿੰਗ ਕਰਨ, ਕਿਤੇ ਵਪਾਰੀਆਂ ਨਾਲ ਕਰਕੇ ਵੇਖ ਲੈਣ ਮੀਟਿੰਗ। ਹੁਣ ਅੰਦਰ ਕਿਉਂ ਵੜੇ ਹੋਏ ਆ? ਤੇ ਜਿੱਥੋਂ ਤੱਕ ਤੁਸੀਂ ਇਹ ਸਵਾਲ ਕੀਤਾ ਕਿ ਫੈਸਲਾ ਲੈਣ ਲਈ, ਦੇਖੋ ਅਸੀਂ ਸਾਡਾ ਜਿਹੜੀ ਹਾਈ ਕਮਾਂਡ ਸੀਗੇ ਸਰਦਾਰ ਬੀਬਾ ਹਰਸਿਮਰਤ ਕੌਰ ਬਾਦਲ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਵਕੀਲ ਬਣ ਕੇ ਲੜਦੇ ਰਹੇ ਜੀ। ਬਕਾਇਦਾ ਤੌਰ ਤੇ ਉਹਨਾਂ ਨੂੰ ਸਮਝਾਉਂਦੇ ਰਹੇ ਹਰ ਗੱਲ ਦੇ ਵਿੱਚ ਵੀ ਤੁਹਾਡੇ ਨਾਲ ਕਿਸਾਨ ਨਾਰਾਜ਼ ਨੇ, ਕਿਸਾਨਾਂ ਦੀ ਗੱਲ ਸੁਣਨੀ ਪਊਗੀ। ਜਿਹੜੀ ਗੱਲ ਉਹ ਕਿਸਾਨ ਕਹਿੰਦੇ ਸੀ ਉਹ ਜਾ ਕੇ ਉਹਨਾਂ ਦੱਸਦੇ ਵੀ ਐ ਬਚੂਗਾ ਸਾਰਾ ਜੀ। ਜੇ ਉਹ ਨਹੀਂ, ਫਿਰ ਉਹਨਾਂ ਲਿਖਤੀ ਤੌਰ ਤੇ ਦਿੱਤਾ, ਕਿਸਾਨਾਂ ਨੇ ਉਹ ਵੀ ਪ੍ਰਵਾਨ ਨਾ ਕੀਤਾ। ਅਸੀਂ ਉਹਨਾਂ ਕਹਿਤਾ ਬਿਲਕੁਲ ਬਿੱਲ ਨਾ ਪਾਸ ਕਰਾਇਆ, ਸਿਲੈਕਟ ਕਮੇਟੀ ਨੂੰ ਭੇਜ ਦਿਓ, ਕਿਸਾਨਾਂ ਨੂੰ ਵਿੱਚ ਬਿਠਾਓ, ਉਹਨਾਂ ਦੀ ਮਰਜ਼ੀ ਦਾ ਫੈਸਲਾ ਲਓ।
ਜੇ ਕਿਸਾਨਾਂ ਲਈ ਫੈਸਲਾ ਲੈਣਾ ਤਾਂ ਉਹਨਾਂ ਦੀ ਰਾਇ ਤਾਂ ਲੈਣੀ ਪਊਗੀ। ਜੇ ਕਿਸਾਨਾਂ ਦੇ ਹੱਕ 'ਚ ਫੈਸਲਾ ਲੈ ਤੁਸੀਂ ਕਹੀ ਜਾਂਦੇ ਜੇ ਉਹਨਾਂ ਦੀ ਰਾਇ ਤਾਂ ਲੈ ਲਓ, ਉਹਨਾਂ ਦੀ ਰਾਇ ਲੈਣੀ ਨਹੀਂ। ਇਸ ਕਰਕੇ ਜਦੋਂ ਵੇਖਿਆ ਵਕਾਲਤ ਵਕੀਲ ਬਣ ਕੇ ਪੂਰੀ ਲੜਾਈ ਲੜੀ ਬੀਬਾ ਜੀ ਨੇ, ਪੂਰੀ ਬਿੱਲ ਬਣ ਤੋਂ ਆਰਡੀਨੈਂਸ ਤੋਂ ਲੈ ਕੇ ਬਿੱਲ ਤੱਕ, ਜਦੋਂ ਵੇਖਿਆ ਵੀ ਇਹ ਹੰਕਾਰੀ ਨੇ, ਬਾਜ ਨਹੀਂ ਆਉਂਦੇ, ਉਹਨਾਂ ਰਿਜ਼ਾਈਨ ਦੇ ਦਿੱਤਾ। ਚਿਰ ਨਹੀਂ ਲਾਇਆ, ਅਸੀਂ ਤਾਂ ਲੜਾਈ ਉਹਨੇ ਤੇ ਰੱਖੀ। ਜੇ 2-3 ਮਹੀਨੇ ਜਿਹੜੇ ਲੱਗੇ ਆ, ਲਗਾਤਾਰ ਡੇਲੀ ਮੀਟਿੰਗਾਂ, ਡੇਲੀ ਲੜਾਈ ਉਹਨਾਂ ਨਾਲ ਚੱਲਦੀ ਰਹੀ ਸਾਡੀ। ਵਿਰੋਧੀ ਤਾਂ ਕਹਿੰਦੇ ਨੇ ਪਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਾਂ ਬਸ ਇਹ ਪੁੱਛਿਆ ਸੀਗਾ ਰਵੀ ਸ਼ੰਕਰ ਪ੍ਰਸਾਦ ਨੂੰ ਕਿ ਇਹ ਲਾਗੂ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ, ਤਾਂ ਉੱਥੋਂ ਜਵਾਬ ਮਿਲ ਗਿਆ ਸੀਗਾ ਬਿਲਕੁਲ ਲਾਗੂ ਹੋ ਸਕਦਾ, ਕਨਸਟੀਟਿਊਸ਼ਨਲ ਹੈਗਾ। ਤੇ ਤੁਸੀਂ ਕਹਿੰਦੇ ਹੋ ਕਿ ਵਕੀਲ ਬਣ ਕੇ ਵਿਰੋਧ ਕੀਤਾ। ਉਹ ਤਾਂ ਹਰ ਗੱਲ ਨੂੰ ਹੀ ਕਹੀ ਜਾਂਦੇ ਆ, ਉਹਦਾ ਰਿਜ਼ਾਈਨ ਨੂੰ ਵੀ ਕਹੀ ਜਾਂਦੇ ਡਰਾਮਾ। ਉਹਨਾਂ ਦਾ ਕੀ ਆ? ਵਿਰੋਧੀ ਹੈ ਕਿਹੜਾ ਇੱਥੇ? ਮਹਾਰਾਜਾ ਪਟਿਆਲੇ ਨੂੰ 1917 'ਚ ਆਪ ਬਿੱਲ ਪਾਸ ਕੀਤਾ। ਇਹ ਮੀਟਿੰਗ ਦੇ ਵਿੱਚ ਨਹੀਂ ਜਾਂਦੇ ਰਹੇ ਉੱਥੇ ਮਨਪ੍ਰੀਤ ਬਾਦਲ ਔਰ ਮਹਾਰਾਜਾ ਪਟਿਆਲਾ, ਇਹ ਬਿੱਲ ਤਾਂ ਆਪ ਨੂੰ ਆ ਕੇ ਲਿਆਏ ਆ ਆਰਡੀਨੈਂਸ ਤਾਂ। ਇਹਨਾਂ ਨੇ ਉੱਥੇ ਮਜ਼ੇ ਦਸਤਖਤ ਕੀਤੇ ਨੇ। ਇਹ ਕਿਵੇਂ, ਕਿਹੜੇ ਮੂੰਹ ਨਾਲ ਗੱਲ ਕਰਨਗੇ? ਕਹਿੰਦੇ ਤੁਸੀਂ ਗੁੰਮਰਾਹ ਕਰ ਰਹੇ ਹੋ, ਸਾਡੇ ਕੋਈ ਮੈਨੀਫੈਸਟੋ 'ਚ ਇਹੋ ਜਿਹੀ ਗੱਲ ਹੀ ਨਹੀਂ ਸੀ। ਜਿੱਦਾਂ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀਗਾ ਕਿ ਕੈਪਟਨ ਦੇ 2017 'ਚ ਤੇ ਜਿਹੜਾ 2019 ਦਾ MP ਦੇ ਇਲੈਕਸ਼ਨਾਂ ਦਾ ਜਿਹੜਾ ਸੀਗਾ ਮੈਨੀਫੈਸਟੋ ਦੇ ਵਿੱਚ ਤੁਹਾਡੇ ਇਹਨਾਂ ਦੇ ਸੀਗਾ, ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ, ਪਰ ਕਹਿੰਦੇ ਕੋਈ ਹੈ ਹੀ ਨਹੀਂ ਸੀਗਾ ਸਾਡੇ, ਵੀ ਤੁਸੀਂ ਗੁੰਮਰਾਹ ਕਰ ਰਹੇ ਹੋ ਲੋਕਾਂ ਨੂੰ। ਨਹੀਂ, ਤੁਸੀਂ ਮੈਨੀਫੈਸਟੋ ਜਿਉਂਦੇ ਜਾਗਦੇ ਲੋਕਾਂ ਕੋਲ, ਹਰ ਕੋਲ, ਪ੍ਰੈਸ ਵਾਲਿਆਂ ਕੋਲ ਪਏ ਨੇ, ਤੁਹਾਡੇ ਕੋਲ ਪਏ ਨੇ, ਸਾਰਿਆਂ ਕੋਲ ਪਏ ਨੇ। ਇਹਨਾਂ ਕੋਲ ਤੁਸੀਂ ਝੂਠ ਦਾ ਠੇਕਾ ਲੈ ਲਿਆ। ਪਹਿਲਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਲਈ। ਇਹਨਾਂ ਦਾ ਯਕੀਨ ਹੀ ਨਹੀਂ ਕੀਤਾ ਜਾ ਸਕਦਾ। ਖਾਸ ਕਰਕੇ ਮਹਾਰਾਜਾ ਪਟਿਆਲਾ ਤੇ ਉਹਦੀ ਪਾਰਟੀ ਦੇ, ਕਾਂਗਰਸ ਤੇ ਬਿਲਕੁਲ ਨਹੀਂ ਯਕੀਨ ਕੀਤਾ ਜਾ ਸਕਦਾ। ਇਹੋ ਕਾਂਗਰਸ ਸਾਹਿਬ ਜਿਹਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ, ਇਹੋ ਕਾਂਗਰਸ ਸਾਹਿਬ ਜਿਹਨੇ ਸਾਡੇ 84 ਦੇ ਵਿੱਚ ਸਾਰੇ ਹਿੰਦੁਸਤਾਨ ਦੇ ਸਾਡੇ ਗਲਾਂ ਟਾਇਰ ਪਾ ਕੇ ਸਾਨੂੰ ਸਾੜਿਆ, ਸਾਨੂੰ ਖਤਮ ਕੀਤਾ, ਯਤਨ ਕੀਤਾ ਖਤਮ ਕਰਨ ਦਾ। ਇਹੋ ਨੇ। ਇਹਨਾਂ ਦੇ ਕੀ ਯਕੀਨ ਕਰੂਗਾ ਕੋਈ? ਝੂਠ ਬੋਲਣ ਦੀ ਇਹਨਾਂ ਨੂੰ ਠੀਕ ਆ, ਟ੍ਰੇਨਿੰਗ ਲਈ ਉਹ ਝੂਠ ਬੋਲੀ ਜਾਂਦੇ ਨੇ। ਇਹਨਾਂ ਕੋਲ ਤੂੰ ਰਿਜ਼ਾਈਨ ਦੇ ਕੇ ਵਿਖਾ ਮੁੱਖ ਮੰਤਰੀ ਦੇ ਅਹੁਦੇ ਤੋਂ, ਦੇ ਰਿਜ਼ਾਈਨ, ਤੈਨੂੰ ਪਤਾ ਲੱਗ ਜੂਗਾ। ਤੁਸੀਂ ਉਹਨਾਂ ਕਹਿੰਦੇ ਡਰਾਮਾ, ਤੂੰ ਡਰਾਮਾ ਕਰਕੇ ਵੇਖ ਲਾ। ਪਰ ਕਿਉਂ ਫਿਰ ਅਕਾਲੀ ਦਲ ਲੋਕਾਂ ਦੇ ਦਿਲਾਂ ਦੇ ਵਿੱਚ ਵਿਸ਼ਵਾਸ ਕਿਉਂ ਨਹੀਂ ਬਣਾ ਪਾ ਰਿਹਾ? ਜੇ ਅੱਜ ਦੇ ਸਮੇਂ ਦੀ ਗੱਲ ਕਰੀਏ, ਗ੍ਰਾਫ ਕਾਫੀ ਡਾਊਨ ਜਾ ਰਿਹਾ ਅਕਾਲੀ ਦਲ ਦਾ। ਕੋਈ ਗ੍ਰਾਫ ਡਾਊਨ ਨਹੀਂ। ਸ਼੍ਰੋਮਣੀ ਅਕਾਲੀ ਦਾ ਪਤਾ ਲੱਗ ਜੂ ਇਲੈਕਸ਼ਨਾਂ ਦੇ ਵਿੱਚ ਸਰਕਾਰ ਬਣਾਵਾਂਗੇ। ਕੋਈ ਗ੍ਰਾਫ ਡਾਊਨ ਨਹੀਂਗਾ। ਲੋਕ ਸਾਡੇ ਨਾਲ ਨੇ। ਐਡੇ ਇਕੱਠ ਹੁੰਦੇ ਆ, ਐਵੇਂ ਹੋ ਜਾਂਦੇ ਆ। ਹੁਣ ਚੱਲੇ ਅਸੀਂ ਆਪਣੇ ਉੱਥੇ ਚੰਡੀਗੜ੍ਹ ਗਵਰਨਰ ਨੂੰ ਘੇਰਨ ਵਾਸਤੇ, ਵੇਖਿਆ ਇਕੱਠ ਕਿੰਨਾ ਹੁੰਦਾ। ਅਸੀਂ ਕੋਈ ਇਹਨਾਂ ਕੋਲ, ਇਹ ਤਾਂ 4 ਬੰਦੇ ਨਹੀਂ ਇਕੱਠੇ ਹੁੰਦੇ, ਇਹਨੂੰ ਕਰਕੇ ਵਿਖਾ ਦੇਣ। ਅੱਜ ਉਹਨਾਂ ਨੇ ਕੀਤਾ ਤਾਂ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਮਰਦਾਂ ਵਾਂਗੂ ਤੁਰਿਆ ਫਿਰਦਾ ਕਿਸਾਨਾਂ ਦੇ ਹੱਕ 'ਚ, ਇਹ ਤਾਂ ਅੰਦਰੋਂ ਨਹੀਂ ਨਿਕਲਦਾ। ਉਹ ਤਾਂ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਤਾਂ ਅੱਜ ਤੱਕ ਇਹ ਕਿਹਾ ਹੀ ਨਹੀਂਗਾ ਵੀ ਇਹ ਬਿੱਲ ਕਿਸਾਨ ਵਿਰੋਧੀ ਹੈ। ਉਹ ਕਹਿੰਦੇ ਵੀ ਕਿਸਾਨ ਨਹੀਂ ਮੰਨ ਰਹੇ, ਕਿਸਾਨ ਇਸ ਬਿੱਲ ਦੇ ਵਿਰੋਧ ਦੇ ਵਿੱਚ ਨੇ, ਅਸੀਂ ਕਿਸਾਨ ਦੇ ਨਾਲ ਤਾਂ ਖੜੇ ਆ। ਬਿੱਲ ਦੀ ਤਾਂ ਕਹਿੰਦੇ ਕੋਈ ਜ਼ਿਕਰ ਨਹੀਂ ਕੀਤਾ। ਅਸੀਂ ਤਾਂ ਹੁਣ ਵੀ ਕਹਿੰਦੇ ਆ, ਜੇ ਕਿਸਾਨਾਂ ਨੂੰ ਜ਼ਿਆਦਾ ਪਤਾ ਇਹਦੇ ਬਾਰੇ, ਖੇਤੀਬਾੜੀ ਕਰਨ ਬਾਰੇ ਕਿਸਾਨਾਂ ਨੂੰ ਪਤਾ, ਉਹ ਜੋ ਨਹੀਂ ਮੰਨਦੇ ਤਾਂ ਅਸੀਂ ਕਿਉਂ ਮੰਨੀਏ? ਜਦੋਂ ਮੰਨਦਾ ਹੀ ਨਹੀਂ ਕਿਸਾਨ ਆ, ਅਸੀਂ ਕਿਉਂ ਮੰਨੀਏ? ਇਹਦਾ ਮਤਲਬ ਇਹ ਥੋੜਾ ਵੀ ਕਿਸਾਨਾਂ ਨੂੰ ਪੁੱਛੀਏ, ਇਹਨਾਂ ਦੇ ਆਏ ਨਾ ਆਪ ਹੀ ਫੈਸਲਾ ਕਰ ਲਈਏ। ਨਹੀਂ, ਅਕਾਲੀ ਦਲ ਦੇ ਮੁਤਾਬਕ ਇਹ ਬਿੱਲ ਕਿਸਾਨ ਵਿਰੋਧੀ ਹੈ ਜਾਂ ਨਹੀਂ? ਬਿਲਕੁਲ ਹੈ, ਕਿਸਾਨ ਵਿਰੋਧੀ ਆ। ਇਹ ਤਾਂ ਪੰਜਾਬ ਨੂੰ ਮਾਰਨ ਵਾਲਾ, ਕੱਲਾ ਕਿਸਾਨ ਨੂੰ ਨਹੀਂ। ਕਿਸਾਨ ਦੇ ਨਾਲ ਰਿਲੇਟਡ 18,000 ਇੰਡਸਟਰੀ ਆ, ਦਾਤੀ ਬਣਾਉਣ ਵਾਲੇ ਤੋਂ ਲੈ ਕੇ ਕੰਬਾਈਨ ਬਣਾਉਣ ਵਾਲੇ ਤੋਂ, ਉਹ ਖਤਮ ਹੋ ਜਾਣੀ ਆ। ਇੱਥੇ ਜਿਹੜੇ ਮਜ਼ਦੂਰ ਨੇ ਵਿਚਾਰੇ ਖੇਤਾਂ 'ਚ ਕੰਮ ਕਰਦੇ, ਉਹ ਖਤਮ ਹੋ ਜਾਣੇ ਆ। ਸਿਸਟਮ ਖਤਮ ਹੋ ਜਾਣਾ। ਇੱਥੇ ਵੱਡੀਆਂ ਕੰਪਨੀਆਂ ਨੇ ਆ ਜਾਣਾ, ਤਬਾਹੀ ਲਿਆ ਦੇਣੀ ਆ। ਬਾਹਰੋਂ ਉਹਨਾਂ ਨੇ ਆਪਦੀ ਲੇਬਰ ਲਿਆਉਣੀ, ਆਪੇ ਕੰਮ ਕਰਕੇ ਲੈ ਜਾਣਾ ਉਹਨਾਂ ਨੇ। ਜਿਸ ਤਰ੍ਹਾਂ ਤੁਸੀਂ ਹੁਣ ਸੁਣਿਆ ਵੀ ਹੋਊਗਾ, ਮੋਗੇ ਵਿਖੇ ਜਿਹੜਾ ਇੱਕ ਕਾਰਪੋਰੇਟ ਘਰਾਣੇ ਦਾ ਜਿਹੜਾ ਗੋਦਾਮ ਹੈ, ਉਹਦੇ ਵਿੱਚ ਕਹਿੰਦੇ ਕਿ 40 ਲੱਖ ਬੋਰੀਆਂ ਦਾ ਅਨਾਜ ਜਿਹੜਾ ਉਹਨਾਂ ਨੇ ਸਟੋਰ ਕੀਤਾ, ਤੇ ਉੱਥੇ ਸਿਰਫ ਕੰਮ ਕਰਨ ਵਾਲੇ 10 ਹੀ ਕੇਵਲ ਮਜ਼ਦੂਰ ਨੇ। 40 ਲੱਖ ਬੋਰੀਆਂ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਿਰਫ 10 ਲੋਕਾਂ ਨੇ ਕਿੱਦਾਂ ਮਸ਼ੀਨਾਂ ਦੇ ਨਾਲ। ਇੱਦਾਂ ਤਾਂ ਉਹਦਾ ਮਜ਼ਦੂਰ ਦਾ ਵੀ ਹੱਕ ਜਿਹੜਾ ਮਾਰਿਆ ਜਾਊਗਾ ਪੰਜਾਬ ਦੇ ਵਿੱਚ। ਮਜ਼ਦੂਰ ਦਾ ਹੱਕ ਮਾਰਿਆ ਜਾਊਗਾ, ਮੁਲਾਜ਼ਮ ਦਾ ਹੱਕ ਮਾਰਿਆ ਜਾਊਗਾ। ਇੱਥੇ ਸਾਰੇ ਪੰਜਾਬ ਦੇ ਇੱਕ ਜੀ ਦਾ ਤਬਾਹੀ ਹੋ ਜਾਊਗੀ। ਇੱਥੇ ਭੁੱਖੇ ਮਰਨ ਜਾਣ ਲੱਗ ਜਾਣਗੇ ਲੋਕ। ਇਹ ਪੰਜਾਬ ਨੂੰ ਅਸਲ ਸਹੀ ਮਾਇਨੇ 'ਚ ਮੋਦੀ ਆਪਦਾ ਹਿੱਸਾ ਨਹੀਂ ਮੰਨਦਾ ਹਿੰਦੁਸਤਾਨ ਦਾ। ਪੰਜਾਬ ਨੂੰ ਹਿੱਸਾ ਹੀ ਨਹੀਂ ਮੰਨਦੇ ਵੀ ਇਹ ਵੀ ਹਿੰਦੁਸਤਾਨ ਦਾ ਹਿੱਸਾ ਆ, ਭਾਰਤ ਦਾ। ਜੇ ਢੰਗ ਨਾਲ ਫੈਸਲੇ ਲੈ ਰਹੇ ਨੇ, ਇਦਾਂ ਥੋੜੇ ਕਰਦੇ ਹੁੰਦੇ ਆ। ਕੋਈ ਫੈਸਲੇ ਤਾਂ ਅਗਲੇ ਨੂੰ ਵਿੱਚ ਬਿਠਾਓ ਜਿਹਦੇ ਨਾਲ ਫੈਸਲਾ ਕਰਨਾ। ਪਰ ਆਪਾਂ ਇਹ ਗੱਲ ਕਰੀਏ ਤਾਂ ਹੁਣ ਅਕਾਲੀ ਦਲ ਨੂੰ ਬੀਜੇਪੀ ਦੇ ਨਾਲ ਗੱਠਜੋੜ ਤੋੜਨ ਤੋਂ ਬਾਅਦ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ? ਫਾਇਦਾ ਹੋਊਗਾ। ਉਹ ਕਿਸ ਤਰ੍ਹਾਂ ਫਾਇਦਾ? ਹੀ ਤਾਂ ਪਿਛਲੀ ਵਾਰ ਵੀ ਲੜੇ ਨਹੀਂ 1985 'ਚ। 78-79 ਸੀਟਾਂ ਲੈ ਕੇ ਆਏ ਸੀ, ਜਿੱਤੇ ਇਕੱਲਿਆਂ ਨੇ ਸਰਕਾਰ ਬਣਾਈ ਸੀ। ਉਦੋਂ ਬੀਜੇਪੀ ਵੇਖ ਲਿਆ ਤਮਾਸ਼ਾ, ਬਾਹਰ ਰਹਿ ਗਏ।
ਪਰ ਐਤਕੀ 2017 ਚ ਵੀ ਤਾਂ ਦੇਖਣ ਨੂੰ ਮਿਲਿਆ ਅਕਾਲੀ ਦਲ ਕਿੱਥੇ ਰਹਿ ਗਿਆ। ਨਹੀਂ, ਅਕਾਲੀ ਦਲ ਉਹਦਾ ਬੀਜੇਪੀ ਕਰਕੇ ਅਸੀਂ ਡਾਊਨ ਚਲੇ ਗਏ। ਹੁਣ ਵੇਖਿਆ ਜੇ ਬੀਜੇਪੀ ਦੀਆਂ ਪਾਲਿਸੀਆਂ ਕਰਕੇ ਡਾਊਨ ਚਲੇ ਗਏ, ਅਸੀਂ ਮੋਦੀ ਕਰਦੇ ਰਹਿ ਗਏ, ਲੋਕਾਂ ਨੇ ਸਾਡਾ ਮਾਂਜਾ ਲਾਤਾ। ਤੇ ਤੁਹਾਨੂੰ ਉਦੋਂ ਅਹਿਸਾਸ ਨਹੀਂ ਹੋਇਆ ਕਿ ਮੋਦੀ ਦੇ ਕਾਰਨ ਬੀਜੇਪੀ ਕਾਰਨ ਤੁਹਾਨੂੰ ਨੁਕਸਾਨ ਹੋ ਰਿਹਾ? ਬਾਅਦ ਚ ਹੋਇਆ, ਬਾਅਦ ਚ ਪਤਾ ਲੱਗਾ ਵੀ ਮੋਦੀ ਦਾ ਪਤਾ ਨਹੀਂ ਚੱਲਦਾ, ਇੱਥੇ ਪੰਜਾਬੀ ਨਹੀਂ ਮੰਨਦੇ ਮੋਦੀ ਨੂੰ। ਹਾਂ, ਤੇ ਹੁਣ 2022 ਵਾਸਤੇ ਕੀ ਰਣਨੀਤੀ ਰਹੇਗੀ? 2022 ਵਾਸਤੇ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਅਪਰੋਚ ਕਰ ਰਹੀਆਂ ਸਾਨੂੰ। ਅੱਛਾ, ਬੀਐਸਪੀ ਆ, ਹੋਰ ਪਾਰਟੀਆਂ ਨੇ, ਲਾਲੂ ਪ੍ਰਸਾਦ ਦਾ ਬੇਟਾ ਵੀ ਆ ਕੇ ਗਿਆ ਇੱਥੇ, ਸੁਖਬੀਰ ਜੀ ਨੂੰ ਮਿਲ ਕੇ ਗਿਆ, ਹੋਰ ਕਈ ਪਾਰਟੀਆਂ ਨੇ ਜਿਹੜੀਆਂ ਰੀਜਨਲ ਪਾਰਟੀਆਂ ਨੇ, ਉਹ ਆਣ ਕੇ ਤੇ ਇੱਥੇ ਬੋਲਣਗੀਆਂ ਵੀ। ਔਰ ਅਸੀਂ ਸਾਡੀ ਫਰੰਟ ਬਣਾਵਾਂਗੇ, ਅਸੀਂ ਲੜਾਈ ਪੰਜਾਬ ਸਰਕਾਰ ਬਣਾਵਾਂਗੇ। ਜਿਸ ਤਰ੍ਹਾਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ, ਵੱਡੇ ਬਾਦਲ ਸਾਹਿਬ, ਕਿ ਜਦ ਤੱਕ ਮੈਂ ਜਿਉਂਦਾ ਇਹ 9 ਮਾਸ ਦਾ ਰਿਸ਼ਤਾ ਜਿਹੜਾ ਇਹ ਟੁੱਟ ਨਹੀਂ ਸਕਦਾ। ਪਰ ਤੁਹਾਨੂੰ ਨਹੀਂ ਲੱਗਦਾ ਇੱਕ ਵਾਰੀ ਜ਼ਰੂਰ ਨਰਿੰਦਰ ਮੋਦੀ ਨੂੰ ਜਾਂ ਅਮਿਤ ਸ਼ਾਹ ਨੂੰ ਗੱਲ ਕਰਨੀ ਚਾਹੀਦੀ ਸੀ ਇੱਕ ਵਾਰੀ? ਇਹ ਉਦੋਂ ਸੀ ਨਾ ਜਦ ਤੱਕ ਅਟਲ ਬਿਹਾਰੀ ਵਾਜਪਾਈ ਜਿਉਂਦਾ ਸੀਗਾ ਜੀ, ਤਾਂ ਹੀ ਕਹਿੰਦੇ ਸੀ ਨਾ, ਜਦੋਂ ਸਮਝੌਤਾ ਕਰਨ ਵਾਲੀ ਮਰ ਗਿਆ ਵਿਚਾਰਾ। ਇਹ ਤਾਂ ਗਾਂ ਪੱਕੀ ਪਕਾਈ ਖਾਣ ਵਾਲੇ ਆ, ਇਹ ਉਹ ਨਹੀਂ ਗਏ। ਤੇ ਹੁਣ ਖੇਤੀ ਬਿੱਲਾਂ ਨੂੰ ਲੈ ਕੇ ਹੁਣ ਕਾਨੂੰਨ ਬਣ ਚੁੱਕਿਆ, ਰਾਸ਼ਟਰਪਤੀ ਦੇ ਕੋਲ ਉਹਦੇ ਸਾਈਨ ਹੋਣੇ ਪੈਂਡਿੰਗ ਸੀਗੇ, ਉਹ ਵੀ ਹੋ ਗਏ, ਹੁਣ ਕਾਨੂੰਨ ਬਣ ਕੇ ਪੂਰੇ ਦੇਸ਼ ਭਰ ਦੇ ਵਿੱਚ ਲਾਗੂ ਹੋ ਗਿਆ। ਹੁਣ ਅਕਾਲੀ ਦਲ ਕੀ ਕਰੇਗਾ? ਕੀ ਅੱਗੇ ਖੇਤੀ ਬਿੱਲਾਂ ਨੂੰ ਲੈ ਕੇ ਰਣਨੀਤੀ ਰਹੇਗੀ ਅਕਾਲੀ ਦਲ ਦੀ? ਕਾਨੂੰਨ ਤਾਂ ਬੜੀ ਵਾਰ ਬਣਦੇ ਆ, ਕਾਨੂੰਨ ਨੂੰ ਮੰਨਿਆ ਜੇ ਲੋਕ ਮੰਨਣਗੇ ਤਾਂ ਹੀ ਆ ਨਾ। ਕਾਨੂੰਨ ਤਾਂ ਬੜੀ ਵਾਰ ਬਣੇ, ਕਾਨੂੰਨ ਤਾਂ ਇੱਥੇ ਕਿੰਨੇ ਨੇ ਆ। ਹੁਣ ਤੁਸੀਂ ਆਪਾਂ ਕਰਫਿਊ ਲੱਗਦਾ, ਦੁਨੀਆ ਤੁਰੀ ਫਿਰਦੀ ਆ ਕਰਫਿਊ 'ਚ, ਇਹ ਕਾਨੂੰਨ ਥੋੜਾ ਆ। ਕਰਫਿਊ ਦਾ ਜਦੋਂ ਲੱਗਦਾ ਹੁੰਦਾ, ਕਰਫਿਊ ਬਿਲਕੁਲ ਚਿੜੀ ਨਹੀਂ ਫੜਕਦੀ। ਇਵੇਂ ਇਹਨਾਂ ਦਾ ਜਿਹੜਾ ਬਣਾਇਆ ਕਾਨੂੰਨ ਬਣਾਇਆ ਇਹਨਾਂ ਨੇ ਕਿਸਾਨੀ ਦੇ ਖਿਲਾਫ, ਐ ਰੋਲ ਜਾਣੇ ਲੋਕਾਂ ਨੇ ਮਰੋੜ ਕੇ ਸੁੱਟ ਦੇਣੇ ਆ। ਕਿਸਾਨ ਨੂੰ ਤੁਹਾਨੂੰ ਕੀ ਲੱਗਦਾ ਕਿੱਥੋਂ ਨੁਕਸਾਨ ਹੋਊਗਾ ਇਹ ਬਿੱਲ ਦੇ ਨਾਲ ਜੇ ਲਾਗੂ ਹੋ ਗਿਆ? ਕੀ ਕਿੱਧਰੋਂ ਨੁਕਸਾਨ ਹੋਊਗਾ ਕਿਸਾਨਾਂ ਨੂੰ? ਲਾਗੂ ਹੀ ਨਹੀਂ ਹੋਣ ਦੇਣਾ। ਨਹੀਂ, ਫਿਰ ਵੀ ਚਲੋ ਜੇ ਆਪਾਂ ਉਹਦਾ ਗੱਲ ਕਰੀਏ, ਬਿੱਲ ਦੇ ਨੁਕਸਾਨ ਕੀ ਨੇ ਕਿਸਾਨਾਂ ਨੂੰ? ਨੁਕਸਾਨ ਇਹ ਆ ਕਿ ਕਿਸਾਨ ਇਹ ਜਿਹੜੀ MSP ਆ, ਇਹ ਲਿਆ ਕੇ ਦਿੱਤੀ ਸੀ ਬਾਦਲ ਸਾਹਿਬ ਨੇ, ਸਰਦਾਰ ਗੁਰਨਾਮ ਸਿੰਘ ਮੁੱਖ ਮੰਤਰੀ ਸੀ ਉਸ ਵੇਲੇ ਸੈਂਟਰ ਤੋਂ ਇਹ ਮਨਜ਼ੂਰ ਕਰਾਈ ਸੀ ਵੀ ਪੰਜਾਬ ਦਾ ਉਦੋਂ ਭੁੱਖਾ ਮਰਦਾ ਸੀ ਹਿੰਦੁਸਤਾਨ ਭੁੱਖਾ ਮਰਦਾ, ਠੂਠਾ ਫੜ ਕੇ ਤੁਰਿਆ ਫਿਰਦਾ ਸੀ ਆ ਜਗ੍ਹਾ ਜਗ੍ਹਾ। ਇਹਨਾਂ ਨੂੰ ਕੋਈ ਆਟਾ ਦਾਲ ਪਾਉਂਦਾ ਹੀ ਨਹੀਂ ਸੀ ਇਹਦੇ ਠੂਠੇ 'ਚ। ਤੇ ਇਹ ਫਿਰ ਇਹਨਾਂ ਨੇ ਕਿਹਾ, ਆਏ ਪੰਜਾਬੀਆਂ ਕੋਲ, ਮੁੱਖ ਮੰਤਰੀ ਸੀਗੇ ਗੁਰਨਾਮ ਸਿੰਘ, ਉਸ ਵੇਲੇ ਬਾਦਲ ਸਾਹਿਬ ਵੀ ਨਾਲ ਗਏ, ਤੇ ਗੱਲ ਹੋਈ, ਉਹ ਕਹਿੰਦੇ ਵੀ ਤੁਸੀਂ ਸਾਨੂੰ ਦਿਓ ਕੋਈ ਨਾ ਕੋਈ ਸਹੂਲਤ, ਅਸੀਂ ਤੁਹਾਡਾ 800 ਸੂਟਾ ਸਟਾ ਦਿੰਦੇ ਆ। ਉਹ ਕਹਿਣ ਲੱਗੇ ਦੱਸੋ, ਉਹਨਾਂ ਕਹੇ ਵੱਖਰੀ ਸਾਨੂੰ ਕੋਈ ਨਾ ਕੋਈ ਸਹੂਲਤ ਦਿਓ। ਉਹਨਾਂ ਨੇ ਫਿਰ ਉਦੋਂ ਲਾਗੂ ਕੀਤੀ। ਲਾਗੂ ਕਰਨ ਦੇ ਨਾਲ ਤੇ ਨਾਲ ਨਾਅਰਾ ਦਿੱਤਾ, ਜੈ ਜਵਾਨ ਜੈ ਕਿਸਾਨ। ਹਾਂਜੀ, ਆਪਣੇ ਲਾਲ ਬਹਾਦਰ ਸ਼ਾਸਤਰੀ ਵਿਚਾਰਾ ਤੁਰਿਆ ਫਿਰਦਾ ਸੀਗਾ, ਅਮਰੀਕਾ ਨੇ ਜਵਾਬ ਦੇ ਦਿੱਤਾ। ਉਦੋਂ ਹੀ ਕਿਹਾ ਸੀਗਾ ਕਿ ਜੈ ਜਵਾਨ ਜੈ ਕਿਸਾਨ, ਤੇ ਹੁਣ ਤਾਂ ਭੁੱਲ ਗਏ। ਪਰ ਇਹ ਗੱਲ ਇਹਨਾਂ ਨੂੰ ਭੁਲੇਖਾ ਕੱਢ ਦੇਣਾ ਚਾਹੀਦਾ, ਜੇ ਕਿਸਾਨ ਆਪਣੀ ਆਈ ਤੇ ਆ ਗਏ ਨਾ, ਤੇ ਨਾ ਦਾਲਾਂ ਬੀਜਣਗੇ, ਨਾ ਝੋਨਾ ਲਾਉਣਗੇ, ਨਾ ਕਣਕ ਬੀਜਣਗੇ, ਭੁੱਖਾ ਮਰ ਜੂ ਫਿਰ ਹਿੰਦੁਸਤਾਨ, ਭੁੱਖਾ ਮਰ ਜੂਗਾ ਹਿੰਦੁਸਤਾਨ। ਜੇ ਆਪਾਂ ਗੱਲ ਕਰੀਏ, ਤੁਹਾਨੂੰ ਨਹੀਂ ਲੱਗਦਾ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਪੰਜਾਬ ਦੀਆਂ ਨੇ, ਸਾਰੀਆਂ ਪਾਰਟੀਆਂ ਇੱਕ ਝੰਡੇ ਥੱਲੇ ਹੋ ਕੇ ਇਸ ਬਿੱਲ ਦਾ ਵਿਰੋਧ ਕਰਨ, ਦਿੱਲੀ ਨੂੰ ਕੂਚ ਕਰਨ? ਦਿੱਲੀ ਤੋਂ ਕੀ ਕਰਾਉਣਾ ਸੀ? ਹੁਣ ਦਿੱਲੀ ਨੇ ਜੋ ਕਰਨਾ ਕਰਤਾ। ਹੁਣ ਤਾਂ ਜਿਹੜਾ ਕਾਨੂੰਨ ਆ ਉਹ ਅੰਬਾਲਾ ਨਹੀਂ ਟੱਪਣ ਦੇਣਾ ਆਪਾਂ ਪੰਜਾਬ 'ਚ। ਨਹੀਂ, ਤੁਹਾਨੂੰ ਵੈਸੇ ਇਹ ਨਹੀਂ ਲੱਗਦਾ ਕਿ ਇੱਕ ਝੰਡੇ ਥੱਲੇ ਆਉਣਾ ਚਾਹੀਦਾ ਇਸ, ਕਿਉਂਕਿ ਕਿਸਾਨ ਤਾਂ ਸਾਰਿਆਂ ਦੇ ਹੀ ਨੇ, ਸਾਰੇ ਪੂਰੇ ਪੰਜਾਬ ਨੂੰ ਰੋਟੀ ਖਵਾਉਂਦੇ ਨੇ। ਝੰਡਾ ਕਿਹਨੂੰ ਕਹਿੰਦੇ ਆਪਾਂ? ਜੋ ਧਰਨਿਆਂ ਦੇ ਬੈਠੇ ਨੇ, ਸਾਰੇ ਬੈਠੇ ਨੇ, ਕਿਸੇ ਨੇ ਰੇਲ ਰੋਕ ਲਈ, ਕਿਸੇ ਨੇ ਸੜਕ ਰੋਕ ਲਈ, ਇਹ ਝੰਡਾ ਇੱਕੋ ਇਹੋ ਹੀ ਗੱਲ ਹੁੰਦੀ ਹੈ। ਇਹ ਤਾਂ ਨਹੀਂ ਵੀ ਇੱਕ ਝੰਡੇ ਦੇ ਥੱਲੇ ਜਾ ਕੇ ਬਹਿ ਜਾਈਏ। ਨਹੀਂ, ਪਰ ਇਸ ਵਾਰੀ ਤਾਂ ਬਹੁਤ ਦੇਖਣ ਨੂੰ ਮਿਲਿਆ ਨਾ, ਜੋ 25 ਤਰੀਕ ਨੂੰ ਬੰਦ ਸੀਗਾ, ਕਿਸਾਨਾਂ ਨੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਇੱਥੋਂ ਤੱਕ ਕਿ ਗੱਡੀ ਤੱਕ ਨੂੰ ਨਹੀਂ ਉਹਨਾਂ ਦੀ ਲੰਘਣ ਦਿੱਤਾ। ਉਹ ਤਾਂ ਉਹਨਾਂ ਦੀ ਮਰਜ਼ੀ ਆ, ਗੱਲ ਹੈਗੀ ਆ। ਗੱਡੀ ਤਾਂ ਦੇਖੋ ਜੀ, ਅਸੀਂ ਵੀ ਧਰਨੇ ਲਾਏ ਆ ਜੀ, ਕੋਈ ਐਂਬੂਲੈਂਸ ਆਉਂਦੇ ਸੀ ਲੰਘਾਉਂਦੇ ਸੀ ਅਸੀਂ, ਕਿਉਂਕਿ ਕੋਈ ਬਿਮਾਰ ਆਉਂਦਾ ਉਹ ਵੀ ਲੰਘਾਉਂਦੇ ਸੀਗੇ। ਕੋਈ ਐਡੀ ਗੱਲ ਨਹੀਂ, ਸਾਡਾ ਕਦੇ ਟਕਰਾਅ ਨਹੀਂ ਹੋਇਆ ਉਹਨਾਂ ਦੇ ਨਾਲ, ਕਦੀ ਉਹਨਾਂ ਦਾ ਵਿਰੋਧ ਨਹੀਂ ਕੀਤਾ। ਉਹਨਾਂ ਦੀ ਖਾਤਰ ਤਾਂ ਅਸੀਂ ਆਪਦੀਆਂ ਵਜ਼ੀਰੀਆਂ ਛੱਡੀਆਂ, ਉਹਨਾਂ ਦੀ ਖਾਤਰ ਤਾਂ ਅਸੀਂ ਸਭ ਕੁਝ ਛੱਡ ਕੇ ਆ ਗਏ ਆ, ਤੇ ਉਹ ਸਾਡੇ ਨਾਲ ਕਿਵੇਂ? ਉਹ ਤਾਂ ਵਿਚਾਰੇ ਸਹਿਮਤ ਨੇ।
ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਹੀਰਾ ਸਿੰਘ ਗਾਵੜੀਆ ਜੀ, ਜਿਨ੍ਹਾਂ ਨੇ ਕਿਹਾ ਕਿ ਹੁਣ ਕਿਸਾਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਖੜੀ ਆ ਤੇ ਬੀਜੇਪੀ ਦੇ ਨਾਲ ਜੋ ਇਹਨਾਂ ਦਾ ਗੱਠਜੋੜ ਟੁੱਟਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਉਸ ਦਾ ਫਾਇਦਾ ਮਿਲੇਗਾ ਤੇ 2022 ਦੀਆਂ ਚੋਣਾਂ ਦੇ ਵਿੱਚ ਇਹਨਾਂ ਦੀ ਦੁਆਰਾ ਸਰਕਾਰ ਆਏਗੀ। ਬਿਨਾਂ ਬੀਜੇਪੀ ਦੀ ਗੱਠਜੋੜ ਤੋਂ ਇਹ ਸਰਕਾਰ ਬਣਾਉਣਗੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਖੜੇ ਰਹਿਣਗੇ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਬਹੁਤ ਜਲਦ ਅਕਾਲੀ ਦਲ ਗਵਰਨਰ ਦੀ ਜਿਹੜੀ ਹੈ ਕੋਠੀ ਘਿਰਾਓ ਕਰੇਗਾ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।